Hello students, how are you? So today we are going to do a very interesting and well written poem Death the Leveler ਕਿ ਮੌਤ ਜੋ ਕਿ ਸਾਰਿਆਂ ਨੂੰ ਇੱਕ ਤਲ ਤੇ ਲੈਂਦੀ ਹੈ, ਭਾਵ ਰਾਜੇ ਨੂੰ ਤੇ ਰੰਕ ਨੂੰ, ਅਮੀਰ ਅਤੇ ਗਰੀਬ ਨੂੰ ਇੱਕੋ ਨਿਗਾਹ ਨਾਲ ਦੇਖਦੀ ਹੈ। ਉਹਦੀ ਨਿਗਾਹ ਦੇ ਵਿੱਚ ਕੋਈ ਵੀ ਵੱਡਾ ਕੋਈ ਵੀ ਛੋਟਾ ਨਹੀਂ ਹੈ। ਆਓ ਅਸੀਂ ਇਸ poem ਦਾ ਆਨੰਦ ਮਾਣੀਏ। Let's start. The idea conveyed by the poet in this poem is that death is a great ਲੈਵਲਰ ਕਿ ਇਸ ਕਵਿਤਾ ਦੇ ਵਿੱਚ ਕਵੀ ਦੁਆਰਾ ਇਹ ਵਿਚਾਰ ਸਾਡੇ ਤੱਕ ਪਹੁੰਚਾਇਆ ਗਿਆ ਹੈ ਕਿ ਮੌਤ ਇੱਕ ਮਹਾਨ ਲੈਵਲਰ ਹੈ। ਲੈਵਲਰ ਹੁੰਦਾ ਹੈ ਜੋ ਕਿ ਹਰ ਇੱਕ ਨੂੰ ਇੱਕੋ ਤਰ੍ਹਾਂ ਨਾਲ ਦੇਖਦਾ ਹੋਵੇ, ਇੱਕ ਅੱਖ ਨਾਲ ਦੇਖਦਾ ਹੋਵੇ। ਉਹਦੀ ਨਜ਼ਰ ਵਿੱਚ ਕੋਈ ਅਮੀਰ ਕੋਈ ਗਰੀਬ ਨਾ ਹੋਵੇ, ਕੋਈ ਰਾਜਾ ਕੋਈ ਰੰਕ ਨਾ ਹੋਵੇ, ਕੋਈ ਗੰਦਾ ਕੋਈ ਚੰਗਾ ਨਾ ਹੋਵੇ। ਸੋ ਸਾਰਿਆਂ ਨੂੰ ਇੱਕ ਲੈਵਲ ਤੇ ਲਿਆ ਕੇ ਰੱਖ ਦਿੰਦੀ ਹੈ। ਐਂਡ ਇਟ ਡਸ ਨਾਟ ਹੈਵ ਐਨੀ ਪ੍ਰੈਜੁਡਿਸ ਫॉर ਔਰ ਅਗੇਂਸਟ ਅ ਕਿੰਗ ਔਰ ਅ ਪੌਪਰ। ਪੌਪਰ ਹੁੰਦਾ ਰੰਕ ਗਰੀਬ ਅਤੇ ਉਸਦੇ ਮਨ ਦੇ ਵਿੱਚ ਰਾਜੇ ਅਤੇ ਰੰਕ ਦੇ ਵਿਰੋਧ ਵਿੱਚ ਜਾਂ ਉਹਦੇ ਲਈ ਕੋਈ ਪੱਖਪਾਤ ਨਹੀਂ ਹੁੰਦਾ। ਦ ਮਾਈਟੀ ਔਰ ਦ ਵੀਕ ਤੇ ਨਾ ਹੀ ਸ਼ਕਤੀਸ਼ਾਲੀ ਅਤੇ ਕਮਜ਼ੋਰ ਲਈ ਉਹ ਪੱਖਪਾਤ ਕਰਦੀ ਹੈ। ਦ ਰਿਚ ਔਰ ਦ ਪੂਅਰ ਅਤੇ ਨਾ ਹੀ ਅਮੀਰ ਅਤੇ ਗਰੀਬ ਲਈ ਕੋਈ ਉਹ ਪੱਖਪਾਤ ਆਪਣੇ ਮਨ ਵਿੱਚ ਰੱਖਦੀ ਹੈ। ਆਲ ਬੋ ਬਿਫੋਰ ਡੈਥਸ ਪਾਵਰ। ਬੋ ਹੁੰਦਾ ਝੁਕਦੇ ਹਨ ਕਿ ਸਾਰੇ ਵਿਅਕਤੀ ਡੈਥ ਦੀ ਪਾਵਰ ਅੱਗੇ ਝੁਕਦੇ ਹਨ। ਐਵਰੀਵਨ ਹੈਜ਼ ਟੂ ਯੀਲਡ ਐਂਡ ਸਬਮਿਟ ਬਿਫੋਰ the might of death। ਹਰ ਇੱਕ ਨੂੰ ਹਾਰ ਮੰਨਣੀ ਪੈਂਦੀ ਹੈ। ਯੀਲਡ ਹੁੰਦਾ ਹਾਰ ਮੰਨਣਾ। ਹਰ ਇੱਕ ਨੂੰ ਹਾਰ ਮੰਨਣੀ ਪੈਂਦੀ ਹੈ ਅਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਹੈ। ਕਿਹਦੇ ਅੱਗੇ? ਮੌਤ ਦੀ ਪਾਵਰ ਅੱਗੇ, ਮਾਈਟ ਅੱਗੇ। ਠੀਕ ਹੈ, ਮਾਈਟ ਹੁੰਦੀ ਹੈ ਸ਼ਕਤੀ। ਹੈਂਸ ਯਾਨੀ ਨਤੀਜੇ ਵਜੋਂ man should not be proud of his great deeds। ਇਸ ਕਰਕੇ ਮਨੁੱਖ ਨੂੰ ਆਪਣੇ ਮਹਾਨ ਕਾਰਜਾਂ ਉੱਤੇ ਮਾਣ ਨਹੀਂ ਕਰਨਾ ਚਾਹੀਦਾ। ਉਹਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਦੇਖੋ ਮੈਂ ਇੰਨੇ ਵੱਡੇ ਕੰਮ ਕੀਤੇ, ਮੈਂ ਆਹ ਕਰਤਾ, ਯਾਨੀ ਮੈਂ ਨਹੀਂ ਕਰਨੀ ਚਾਹੀਦੀ। ਸੋ ਇਸ ਤੋਂ ਪਹਿਲਾਂ ਇਹ ਪੋਇਮ ਨੂੰ ਅਸੀਂ ਸ਼ੁਰੂ ਕਰੀਏ। ਬਿਲਕੁਲ ਇਸੇ ਹੀ ਟੌਪਿਕ, ਇਸੇ ਹੀ ਥੀਮ ਦੇ ਨਾਲ ਰਿਲੇਟਡ ਇੱਕ ਹੋਰ ਪੋਇਮ ਜੋ ਕਿ ਉਰਦੂ ਚ ਲਿਖੀ ਗਈ ਹੈ ਤੇ ਮੇਰੇ ਦਿਲ ਦੇ ਬਹੁਤ ਕਰੀਬ ਹੈ, ਜੋ ਕਿ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਕਵੀ ਕਹਿੰਦਾ ਹੈ ਕਿ ਜਿਧਰ ਦੇਖਤੇ हैं जहां देखते हैं अदम की तरफ सब रवां देखते हैं। अदम यानी दूजी दुनिया। जिधर देखते हैं जहां देखते हैं अदम की तरफ सब रवां देखते हैं। कोई सुबह जाता कोई शाम को, दोपहर किसी का चला देखते हैं। जवां ही है वो बच्चा हर वक्त ही, चला कल का शोरो खफा देखते हैं। जो आया यहाँ पर वो रहने न पाया, सभी कूच करते मियाँ देखते हैं। जो रखते थे लाखों खजाने निहा में, चले हाथ खाली मियाँ देखते हैं। है आबाद दुनिया का आलम ये कैसा, न रहती यहाँ जिस्मो जान देखते हैं। तैयारी कर लो तुम भी बुलबुले दिल, गई है बहार अब खिज़ां देखते हैं। सो आओ ਆਪਾਂ ਦੇਖੀਏ ਜੇਮਸ ਸ਼ਿਰਲੇ ਜੋ ਕਿ ਇਸ ਦਾ ਪੋਇਟ ਹੈ, ਉਸਨੇ ਆਪਣੀਆਂ ਭਾਵਨਾਵਾਂ ਡੈਥ ਲਈ ਕਿਸ ਤਰ੍ਹਾਂ ਵਿਅਕਤ ਕੀਤੀਆਂ ਹਨ। ਲੈਟਸ ਸਟਾਰਟ। The glories of our blood and state are shadows, not substantial things। ਕਿ ਸਾਡੇ ਪਰਿਵਾਰ ਦੀਆਂ ਭਾਵ ਮੌਜੂਦਾ ਹਾਲਾਤ ਦੀਆਂ ਜੋ ਗਲੋਰੀਜ਼ ਹਨ, ਜਿਨ੍ਹਾਂ ਤੇ ਸਾਨੂੰ ਮਾਣ ਹੈ ਕਿ ਇਹ ਸ਼ਾਨਦਾਰ ਕੰਮ ਸਾਡੇ ਪਰਿਵਾਰ ਨੇ ਕੀਤੇ ਜਾਂ ਮੈਂ ਕੀਤੇ ਜਾਂ ਹੁਣ ਮੈਂ ਬਹੁਤ ਵਧੀਆ ਹਾਲਤ ਵਿੱਚ ਹਾਂ, ਇਹਨਾਂ ਤੇ ਮਾਣ ਕਰਨਾ ਇਹ ਕੀ ਨੇ? ਸ਼ੈਡੋਜ਼। ਇਹ ਤਾਂ ਪਰਛਾਈਆਂ ਹਨ। ਇਹਨਾਂ ਤੇ ਮਾਣ ਕਰਨ ਦਾ ਕੋਈ ਫਾਇਦਾ ਨਹੀਂ। not substantial things। ਇਹ ਕੋਈ ਬਹੁਤ ਪਾਏਦਾਰ ਚੀਜ਼ਾਂ ਨਹੀਂ ਹਨ, ਕੋਈ ਮਜ਼ਬੂਤ ਚੀਜ਼ਾਂ ਨਹੀਂ ਹਨ ਜਿਨ੍ਹਾਂ ਦੇ ਤੁਸੀਂ ਮਾਣ ਕਰੋ। ਇਹ ਤਾਂ ਆਣੀ ਜਾਣੀ ਚੀਜ਼ ਹੈ। there is no armor against fate। ਆਰਮਰ ਹੁੰਦਾ ਕਵਚ, ਕਿ ਫੇਟ ਅੱਗੇ, ਫੇਟ ਹੁੰਦੀ ਕਿਸਮਤ, ਜੋ ਰੱਬ ਨੇ ਤੁਹਾਡੀ ਕਿਸਮਤ 'ਚ ਲਿਖਿਆ ਹੈ, ਜਾਂ ਇੱਥੇ ਤੁਸੀਂ ਡੈਥ ਵੀ ਕਹਿ ਸਕਦੇ ਹੋ ਕਿ ਕਿਸਮਤ ਅੱਗੇ ਤੁਹਾਡੇ ਦੁਆਰਾ ਬਣਾਏ ਗਏ ਕੋਈ ਵੀ ਕਵਚ ਕੰਮ ਨਹੀਂ ਆਉਂਦੇ। ਡੈਥ lays his icy hand on kings। ਆਈਸੀ ਹੁੰਦਾ ਸ਼ੀਤ, ਠੀਕ ਹੈ, ਠੰਡੇ। ਕਿ ਜਿਸ ਤਰ੍ਹਾਂ ਪਹਿਲੇ ਟਾਈਮ ਵਿੱਚ ਕਿਸੇ ਨੂੰ ਕੋਈ ਸੁੰਨ ਕਰਨਾ ਹੁੰਦਾ ਸੀ ਜਾਂ ਡਾਕਟਰ ਨੇ ਕਿਸੇ ਦਾ ਕੋਈ ਇਲਾਜ ਕਰਨਾ ਹੁੰਦਾ ਸੀ ਤਾਂ ਉਸ ਜਗ੍ਹਾ ਨੂੰ ਉਹ ਸੁੰਨ ਕਰ ਦਿੰਦਾ ਸੀ, ਉਹਨੂੰ ਠੰਡਾ ਕਰ ਦਿੰਦਾ ਸੀ, ਠੀਕ, ਤਾਂ ਕਿ ਉਹ ਫੀਲਿੰਗ ਲੈਸ ਹੋ ਜਾਏ। ਸੋ ਇੱਥੇ ਵੀ ਉਹੀ ਗੱਲ ਕੀਤੀ ਗਈ ਹੈ ਕਿ ਡੈਥ ਜਿਹੜੇ ਆਪਣੇ ਫੀਲਿੰਗ ਲੈਸ ਹੈਂਡਸ ਹੈ, ਯਾਨੀ ਉਹਦੇ ਮਨ ਵਿੱਚ ਇਹ ਨਹੀਂ ਆਉਂਦਾ ਕਿ ਮੈਂ ਕਿਸੇ ਨੂੰ ਮਾਰ ਰਹੀ ਹਾਂ, ਜਦ ਭਾਵ ਉਹਦੇ ਮਨ ਵਿੱਚ ਤਰਸ ਨਹੀਂ ਆਉਂਦਾ ਕਿਸੇ ਨੂੰ ਮਾਰਨ ਵੇਲੇ। ਇੱਥੇ ਕੀ ਗੱਲ ਕੀਤੀ ਗਈ ਹੈ? ਡੈਥ ਲੇਜ਼ ਹਿਜ਼ ਆਈਸੀ ਹੈਂਡ ਔਨ ਕਿੰਗਸ। ਕਿ ਜਿਹੜੀ ਮੌਤ ਹੈ ਉਹ ਤਾਂ ਰਾਜਿਆਂ ਨੂੰ ਮਾਰਨ ਵਿੱਚ ਵੀ ਸੰਕੋਚ ਨਹੀਂ ਕਰਦੀ। ਸੈਪਟਰ ਐਂਡ ਕਰਾਊਨ ਮਸਟ ਟੰਬਲ ਡਾਊਨ। ਸੈਪਟਰ ਹੁੰਦੀ ਹੈ ਪ੍ਰਭੂ ਸੱਤਾ, ਕਰਾਊਨ ਰਾਜ। ਸੋ ਪ੍ਰਭੂ ਸੱਤਾ ਦਾ ਵੈਸੇ ਤਾਂ ਇੱਕ ਬੜਾ ਵੱਡਾ ਕਨਸੈਪਟ ਹੈ, ਪਰ ਜੇ ਮੈਂ ਛੋਟਾ
ਛੋਟਾ ਜਿਹਾ ਨੂੰ ਵਿਖਿਆਨ ਕਰਨਾ ਹੋਵੇ ਤਾਂ ਪ੍ਰਭੂ ਸੱਤਾ ਤੋਂ ਭਾਵ ਹੁੰਦਾ ਹੈ ਕਿ ਉਹ ਦੇਸ਼ ਜਿਸ ਦੀ ਆਪਣੀ ਸਰਕਾਰ ਹੋਵੇ, ਜਿਸ ਦਾ ਆਪਣਾ ਸਾਰਾ ਸਿਸਟਮ ਪ੍ਰੋਪਰ ਚੱਲਦਾ ਹੋਵੇ, ਨਿਆਇਕ ਪ੍ਰਣਾਲੀ ਠੀਕ ਚੱਲਦੀ ਹੋਵੇ, ਸਮਾਜਿਕ ਪ੍ਰਣਾਲੀ ਠੀਕ ਚੱਲਦੀ ਹੋਵੇ ਤੇ ਜਿਸ ਨੂੰ ਸਾਰੀ ਦੁਨੀਆ ਮਾਨਤਾ ਵੀ ਦਿੰਦੀ ਹੋਵੇ ਕਿ ਹਾਂ ਇਹ ਇੱਕ ਸਟੇਟ ਹੈ, ਇਹ ਇੱਕ ਕੰਟਰੀ ਹੈ, ਤੇ ਆਪਾਂ ਕੀ ਕਹਾਂਗੇ ਕਿ ਉਹ ਕੰਟਰੀ ਪ੍ਰਭੂ ਸੱਤਾ ਸੰਪੰਨ ਹੈ, ਭਾਵ ਉਹਦੇ ਕੋਲ ਸਾਰੀਆਂ ਪਾਵਰਸ ਹਨ। ਸੋ ਉਹਨੂੰ ਆਪਾਂ ਕਹਿੰਦੇ ਆ ਸੈਪਟਰ, ਪ੍ਰਭੂ ਸੱਤਾ। ਸੋ ਕਿਸੇ ਕੋਲ ਪ੍ਰਭੂ ਸੱਤਾ ਹੋਵੇ, ਕਿਸੇ ਕੋਲ ਰਾਜ ਹੋਵੇ, ਮਸਟ ਟੰਬਲ ਡਾਊਨ, ਇਹ ਸਾਰੀਆਂ ਚੀਜ਼ਾਂ ਨੀਚੇ ਲੜਖੜਾ ਕੇ ਗਿਰ ਜਾਂਦੀਆਂ ਹਨ। ਕਦੋਂ? ਜਦੋਂ ਡੈਥ ਸਾਡੇ ਸਾਹਮਣੇ ਆਂਦੀ ਹੈ। ਐਂਡ ਇਨ ਦ ਡਸਟ ਬੀ ਇਕੁਅਲ ਮੇਡ ਵਿਦ ਦ ਪੂਅਰ ਕ੍ਰੂਕਡ ਸਾਈਥ ਐਂਡ ਸਪੇਡ, ਅਤੇ ਚਾਹੇ ਉਹ ਰਾਜਾ ਹੋਵੇ ਜਾਂ ਗਰੀਬ ਜੋ ਕਿ ਆਪਣੀ ਦਾਤੀ ਅਤੇ ਆਪਣੇ ਬੇਲਚੇ ਦੇ ਨਾਲ, ਭਾਵ ਕਈ ਦੇ ਨਾਲ ਫੀਲਡ ਵਿੱਚ ਕੰਮ ਕਰਦਾ ਹੈ, ਉਹ ਦੋਨੋਂ ਹੀ ਇੱਕੋ ਧਰਤੀ ਦੇ ਵਿੱਚ ਡੈਥ ਤੋਂ ਬਾਅਦ ਸਮਾ ਜਾਂਦੇ ਹਨ। ਸਮ ਮੈਨ ਵਿਦ ਸਵੋਰਡਸ ਮੇ ਰੀਪ ਦ ਫੀਲਡ। ਹੁਣ ਇੱਥੇ ਜੋ ਸੈਨਿਕ ਹਨ, ਜੋ ਲੜਾਈਆਂ ਕਰਦੇ ਹਨ, ਉਹਨਾਂ ਬਾਰੇ ਕਿਹਾ ਗਿਆ ਹੈ ਕਿ ਬਹਾਦਰ ਤੋਂ ਬਹਾਦਰ ਸੈਨਿਕ ਵੀ ਜੋ ਜਦੋਂ ਜੰਗੇ ਮੈਦਾਨ ਵਿੱਚ ਉਤਰਨ ਤਾਂ ਉਹ ਸਾਰਾ ਮੈਦਾਨ ਖਾਲੀ ਕਰ ਦੇਣ, ਭਾਵ ਆਪਣੇ ਸਾਰੇ ਦੁਸ਼ਮਣਾਂ ਨੂੰ ਮਾਰ ਦੇਣ, ਐਂਡ ਪਲਾਂਟ ਫਰੈਸ਼ ਲਾਰੈਲਸ ਵੇਅਰ ਦੇ ਕਿਲ, ਤੇ ਹਰ ਇੱਕ ਸੈਨਿਕ ਨੂੰ ਮਾਰਨ ਤੋਂ ਬਾਅਦ ਆਪਣੀ ਵਡਿਆਈ ਦੀ ਛਾਪ ਦੁਨੀਆ ਵਿੱਚ ਛੱਡਣ। ਲਾਰੈਲਸ ਹੁੰਦਾ ਵਡਿਆਈ। ਬਟ ਦੇਅਰ ਸਟਰੋਂਗ ਨਰਵਸ ਐਟ ਲਾਸਟ ਮਸਟ ਯੀਲਡ, ਪਰ ਉਸ ਦੀਆਂ ਮਜ਼ਬੂਤ ਨਾੜੀਆਂ ਨੂੰ ਵੀ ਅਖੀਰ ਮੌਤ ਅੱਗੇ ਝੁਕਣਾ ਪੈਂਦਾ ਹੈ। ਦੇ ਟੇਮ ਬਟ ਵਨ ਅਨਦਰ ਸਟਿਲ ਅਰਲੀ ਔਰ ਲੇਟ ਦੇ ਸਟੂਪ ਟੂ ਫੇਟ, ਭਾਵੇਂ ਉਹ ਹਰ ਇੱਕ ਵਸਤੂ ਨੂੰ ਆਪਣੇ ਅਧਿਕਾਰ ਵਿੱਚ ਲੈ ਆਉਂਦੇ ਹਨ, ਹਰ ਇੱਕ ਚੀਜ਼ ਤੇ ਕਬਜ਼ਾ ਕਰ ਲੈਂਦੇ ਹਨ, ਪਰ ਜਲਦੀ ਜਾਂ ਦੇਰ ਨਾਲ ਉਹਨਾਂ ਨੂੰ ਕਿਸਮਤ ਅੱਗੇ ਝੁਕਣਾ ਪੈਂਦਾ ਹੈ। ਸਟੂਪ ਹੁੰਦਾ ਝੁਕਣਾ। ਐਂਡ ਮਸਟ ਗਿਵ ਅਪ देयर ਮਰਮਰਿੰਗ ਬ੍ਰੈਥ, ਮਰਮਰਿੰਗ ਹੁੰਦਾ ਹੌਲੀ ਹੌਲੀ, ਅਤੇ ਉਹਨਾਂ ਨੂੰ ਹੌਲੀ ਹੌਲੀ ਆਪਣੇ ਸਾਹ ਨੂੰ ਛੱਡਣਾ ਹੀ ਪੈਂਦਾ ਹੈ, ਭਾਵ ਆਪਣੇ ਜੀਵਨ ਦਾ ਤਿਆਗ ਕਰਨਾ ਹੀ ਪੈਂਦਾ ਹੈ, ਚਾਹੇ ਉਹ ਉਸ ਨੂੰ ਚਾਹੁੰਦੇ ਹੋਣ ਚਾਹੇ ਨਾ ਚਾਹੁੰਦੇ ਹੋਣ। when they pale captives creep to death, ਕਿ ਜਿੱਦਾਂ ਕਮਜ਼ੋਰ ਹੋਏ ਕੈਦੀ ਰੇਂਗਦੇ ਹੋਏ ਡੈਥ ਵੱਲ ਨੂੰ ਵਧਦੇ ਹਨ। the garlands wither on your brow, then boast no more your mighty deeds। ਸੋ ਇੱਥੇ ਪੋਇਟ ਉਹਨਾਂ ਬਹਾਦਰ ਸੋਲਜਰਸ ਨੂੰ ਕਹਿੰਦਾ ਹੈ ਕਿ ਤੁਸੀਂ ਜਿਹੜੀ ਇੰਨੀ ਬਹਾਦਰੀ ਦਿਖਾ ਕੇ ਇਹ ਸਿਰ ਦਾ ਤਾਜ ਹਾਸਿਲ ਕੀਤਾ ਹੈ ਅਤੇ ਸਫਲਤਾ ਦੇ ਹਾਰ ਆਪਣੇ ਗਲ ਵਿੱਚ ਪਵਾਏ ਹਨ, ਉਹ ਸਾਰੇ ਫੁੱਲਾਂ ਦੇ ਹਾਰ ਵੀ ਛੇਤੀ ਹੀ ਕੁਮਲਾ ਜਾਣਗੇ। then boast no more your mighty deeds, ਇਸ ਕਰਕੇ ਜੋ ਤੁਸੀਂ ਆਪਣੇ ਮਹਾਨ ਕੰਮ ਕੀਤੇ ਹੈ ਉਹਨਾਂ ਦੀ ਸ਼ੇਖੀ ਨਾ ਮਾਰੋ। boast ਹੁੰਦਾ ਸ਼ੇਖੀ ਮਾਰਨੀ। upon death's purple altar now see where the victim bleeds, altar ਹੁੰਦਾ ਬਲੀ ਦੇਣ ਵਾਲੀ ਜਗ੍ਹਾ। ਸੋ ਜਦੋਂ ਮੌਤ ਨੇ ਘੇਰਾ ਪਾਣਾ ਹੈ ਤਾਂ ਉਹ ਵਿਕਟਰ ਨੂੰ ਵੀ ਲੈ ਕੇ ਜਾਏਗੀ ਤੇ ਵਿਕਟਿਮ ਨੂੰ ਵੀ ਲੈ ਕੇ ਜਾਏਗੀ। ਵਿਕਟਰ ਹੁੰਦਾ ਜੇਤੂ ਤੇ ਵਿਕਟਿਮ ਜਿਸ ਦੀ ਹਾਰ ਹੋਈ ਹੋਵੇ। your heads must come to the cold tomb, only the actions of the just smell sweet and blossom in their dust। ਸੋ ਇਹਨਾਂ ਲਾਈਨਾਂ 'ਚ ਵੀ ਇਹੀ ਕਿਹਾ ਗਿਆ ਕਿ ਚਾਹੇ ਕੋਈ ਸੈਨਿਕ ਜਿੱਤਿਆ ਹੋਵੇ ਚਾਹੇ ਹਾਰਿਆ ਹੋਵੇ, ਹਰ ਇੱਕ ਲਈ ਜੋ ਡੈਥ ਹੈ ਉਹ ਇਨਐਵਿਟੇਬਲ ਹੈ, ਭਾਵ ਨੂੰ ਮੋੜਿਆ ਨਹੀਂ ਜਾ ਸਕਦਾ। ਹਾਂ, ਪਰ ਦੋਨਾਂ ਦੀ ਮੌਤ ਵਿੱਚ ਇੱਕ ਫਰਕ ਜ਼ਰੂਰ ਹੋਏਗਾ ਕਿ ਜਿਸ ਵਿਅਕਤੀ ਨੇ ਨਿਆਇਕ ਕੰਮ ਕੀਤੇ ਹੋਣਗੇ, ਭਾਵ ਚੰਗੇ ਕੰਮ ਕੀਤੇ ਹੋਣਗੇ, ਲੋਕਾਂ ਦੇ ਭਲੇ ਲਈ ਕੰਮ ਕੀਤੇ ਹੋਣਗੇ, ਉਹਨਾਂ ਨੂੰ ਜ਼ਰੂਰ ਯਾਦ ਰੱਖਿਆ ਜਾਏਗਾ। ਸਿਰਫ ਕਿਸੇ ਵਿਅਕਤੀ ਦੇ ਕੀਤੇ ਹੋਏ ਚੰਗੇ ਕੰਮ ਹੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਸ਼ੋਭਾ ਨੂੰ ਨਿਰਧਾਰਿਤ ਕਰਨਗੇ ਕਿ ਭਾਵ ਤੁਹਾਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਇਹ ਤੁਹਾਡੀ ਮੌਤ ਤੋਂ ਬਾਅਦ ਕੀਤੇ ਹੋਏ ਚੰਗੇ ਕੰਮਾਂ ਦੁਆਰਾ ਹੀ ਨਿਰਧਾਰਿਤ ਹੋਏਗਾ। ਸੋ ਜਾਂਦੇ ਜਾਂਦੇ ਇੱਕ ਕਹਾਣੀ ਹੋਰ ਮੇਰੇ ਦਿਮਾਗ 'ਚ ਆਈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਅਲਫਰਡ ਨੋਬਲ ਜਦੋਂ ਸਵੇਰੇ ਉੱਠਿਆ ਤਾਂ ਉਹ ਕੀ ਦੇਖਦਾ ਹੈ ਕਿ ਨਿਊਜ਼ਪੇਪਰ ਵਿੱਚ ਉਸਦੀ ਇੱਕ ਨਿਊਜ਼ ਆਈ ਹੋਈ ਹੈ। ਕਾਲਮ ਕਿਹੜਾ ਸੀ? ਓਬਿਚੁਰੀ ਕਾਲਮ। ਓਬਿਚੁਰੀ ਹੁੰਦਾ ਜਿਵੇਂ ਆਪਣੇ ਪੰਜਾਬੀ 'ਚ ਹੁੰਦਾ ਨਾ ਪਾਠ ਦਾ ਭੋਗ, ਜਦੋਂ ਕੋਈ ਮਰ ਜਾਂਦਾ ਤੇ ਉਹਦੀ ਮ੍ਰਿਤਿੂ ਦੀ ਜਾਣਕਾਰੀ ਲਈ ਉਹ ਜਿਹੜਾ ਕਾਲਮ ਆਂਦਾ ਉਹਨੂੰ ਕਹਿੰਦੇ ਓਬਿਚੁਰੀ ਕਾਲਮ। ਸੋ ਉਹਨੇ ਦੇਖਿਆ ਕਿ ਉਸ ਦੀ ਫੋਟੋ ਉਸ ਓਬਿਚੁਰੀ ਕਾਲਮ ਵਿੱਚ ਲੱਗੀ ਹੋਈ ਹੈ ਤੇ ਗਲਤੀ ਨਾਲ ਉਹ ਖਬਰ ਉਸ ਅਖਬਾਰ ਵਾਲਿਆਂ ਨੇ ਛਾਪ ਦਿੱਤੀ ਸੀ ਕਿ ਅਲਫਰਡ ਨੋਬਲ ਜੋ ਕਿ ਮਸ਼ਹੂਰ ਸਾਇੰਟਿਸਟ, ਉਸ ਦੀ ਡੈਥ ਹੋ ਗਈ ਤੇ ਨਾਲ ਲੋਕਾਂ ਦੇ ਰਿਸਪੌਂਸਿਸ ਵੀ ਉੱਥੇ ਰਿਟਨ ਸਨ ਕਿ ਮੌਤ ਦਾ ਦੇਵਤਾ ਮਰ ਗਿਆ, ਦੁਨੀਆ ਨੂੰ ਤਬਾਹੀ 'ਚ ਲੈ ਕੇ ਜਾਣ ਵਾਲਾ ਬੰਦਾ ਮਰ ਗਿਆ। ਸੋ ਹੋਰ ਬੜੇ ਨੈਗੇਟਿਵ ਜਿਹੜੇ ਸੀ ਕਮੈਂਟਸ ਉੱਥੇ ਦਿੱਤੇ ਗਏ ਸੀ। ਅਲਫਰਡ ਨੋਬਲ ਨੂੰ ਬੜਾ ਫੀਲ ਹੋਇਆ ਕਿ ਕੀ ਮੇਰੇ ਮਰਨ ਤੋਂ ਬਾਅਦ ਲੋਕੀ ਮੈਨੂੰ ਇਸ ਤਰ੍ਹਾਂ ਯਾਦ ਕਰਨਗੇ। ਅਲਫਰਡ ਨੋਬਲ ਉਹੀ ਸੀ ਜਿਸ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ। ਉਹਨੇ ਡਾਇਨਾਮਾਈਟ ਦੀ ਖੋਜ ਕੀਤੀ ਪਰ ਲੋਕਾਂ ਨੇ ਕਿਹਾ ਕਿ ਇਹਨੇ ਹੁਣ ਬੰਬ ਦੀ
ਖੋਜ ਕਰ ਦਿੱਤੀ, ਇਹਨਾਂ ਦੁਨੀਆ ਤਬਾਹ ਹੋ ਜਾਏਗੀ। ਸੋ ਲੋਕੀ ਉਸ ਨੂੰ ਇਸ ਨੈਗੇਟਿਵ ਨਜ਼ਰੀਏ ਨਾਲ ਦੇਖਦੇ ਸਨ। ਪਰ ਉਸਨੇ ਫਿਰ ਇਸ ਦੇ ਚੰਗੇ ਕੰਮਾਂ ਬਾਰੇ ਲੋਕਾਂ 'ਚ ਪ੍ਰਚਾਰ ਕੀਤਾ ਤਾਂ ਉਸਨੇ ਇੱਕ ਪ੍ਰਾਈਜ਼ ਦੀ ਵੀ ਘੋਸ਼ਣਾ ਕੀਤੀ ਜੋ ਕਿ ਨੋਬਲ ਪ੍ਰਾਈਜ਼ ਕਰਕੇ ਜਾਣਿਆ ਜਾਂਦਾ ਸੀ ਕਿ ਕਿਸੇ ਵੀ ਫੀਲਡ ਵਿੱਚ ਜੇ ਕੋਈ ਵਿਅਕਤੀ ਚੰਗਾ ਕੰਮ ਕਰਦਾ ਹੈ, ਮਨੁੱਖਤਾ ਦੀ ਭਲਾਈ ਲਈ ਕੰਮ ਕਰਦਾ ਹੈ, ਤਾਂ ਉਸ ਨੂੰ ਇਸ ਰਾਸ਼ੀ ਦੇ ਵਿੱਚੋਂ ਨੋਬਲ ਪ੍ਰਾਈਜ਼ ਦਿੱਤਾ ਜਾਵੇ। ਸੋ ਉਸ ਦੀ ਮੌਤ ਤੋਂ ਬਾਅਦ ਹੁਣ ਵੀ ਅਸੀਂ ਉਸ ਨੂੰ ਉਸ ਦੇ ਡਾਇਨਾਮਾਈਟ ਕਰਕੇ ਨਹੀਂ ਜਾਣਦੇ, ਬਲਕਿ ਅਲਫਰਡ ਨੋਬਲ ਨੂੰ ਨੋਬਲ ਪ੍ਰਾਈਜ਼ ਕਰਕੇ ਜਾਣਿਆ ਜਾਂਦਾ ਹੈ। ਸੋ ਇਹ ਸਾਡੇ ਕੰਮਾਂ ਉੱਤੇ ਨਿਰਭਰ ਕਰਦਾ ਹੈ ਕਿ ਸਾਨੂੰ ਸਾਡੇ ਮਰਨ ਤੋਂ ਬਾਅਦ ਲੋਕੀ ਕਿਸ ਤਰ੍ਹਾਂ ਯਾਦ ਕਰਨਗੇ। ਸੋ ਇਹ ਸੀ ਪੋਇਮ ਰਿਟਨ ਬਾय ਜੇਮਸ ਸ਼ਿਰਲੇ। ਆਓ ਕੁਝ ਗੱਲਾਂ ਪੋਇਟ ਬਾਰੇ ਵੀ ਜਾਣੀਏ। ਜੇਮਸ ਸ਼ਿਰਲੇ ਵਾਸ ਬੋਰਨ ਇਨ 1596 ਇਨ ਲੰਡਨ। ਜੇਮਸ ਸ਼ਿਰਲੇ 1596 ਈਸਵੀ ਵਿੱਚ ਲੰਡਨ ਵਿਖੇ ਪੈਦਾ ਹੋਇਆ। ਐਜੂਕੇਟਿਡ ਐਟ ਆਕਸਫੋਰਡ ਐਂਡ ਕੈਂਬਰਿਜ। ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ। ਹੀ ਵਰਕਡ ਐਜ਼ ਅ ਸਕੂਲ ਮਾਸਟਰ ਮੋਸਟ ਆਫ ਹਿਸ ਲਾਈਫ। ਜ਼ਿੰਦਗੀ ਦਾ ਜ਼ਿਆਦਾ ਸਮਾਂ ਉਹ ਸਕੂਲ ਮਾਸਟਰ ਵਜੋਂ ਸੇਵਾ ਨਿਭਾਉਂਦੇ ਰਹੇ। ਹਿਸ ਰੈਪਿਊਟੇਸ਼ਨ ਐਜ਼ ਅ ਰਾਈਟਰ rests largely on his plays। ਉਹਨਾਂ ਦੁਆਰਾ ਲਿਖੇ ਹੋਏ ਨਾਟਕਾਂ ਦੇ ਵਿੱਚ ਉਹਨਾਂ ਦੀ ਲੇਖਣੀ ਦਾ ਮਿਆਰ ਝਲਕਦਾ ਹੈ। He wrote about 40 plays including tragedies, romantic comedies and comedies of manners। ਉਹਨਾਂ ਨੇ 40 ਦੇ ਕਰੀਬ ਨਾਟਕ ਲਿਖੇ ਜੋ ਕਿ ਦੁਖਾਂਤ ਨੂੰ ਦਰਸਾਉਂਦੇ, romantic comedies ਰੁਮਾਨੀ ਵਿਅੰਗ and comedies of manners ਅਤੇ ਤੌਰ ਤਰੀਕਿਆਂ ਦੇ ਉੱਪਰ ਕਾਮੇਡੀਜ਼ ਵਰਗੇ ਉਹਨਾਂ ਨੇ 40 ਦੇ ਕਰੀਬ ਨਾਟਕ ਲਿਖੇ। His famous songs and lyrics are found in his plays। ਉਹਨਾਂ ਦੇ ਮਸ਼ਹੂਰ ਗੀਤ ਅਤੇ ਉਹਨਾਂ ਦੇ ਬੋਲ ਉਹਨਾਂ ਦੇ ਨਾਟਕਾਂ ਵਿੱਚ ਮਿਲਦੇ ਹਨ।